हाँ जी प्यारे विद्यार्थियों, जे तुसीं BSc नर्सिंग ANM GNM MPHW ਜਾਂ ਫਿਰ PGI NHM ITBP ਫਾਰਮਾਸਿਸਟ ਨਰਸਿੰਗ ਜਾਂ PGI ਨਰਸਿੰਗ ਆਦਿ ਦੀ ਤਿਆਰੀ ਕਰ ਰਹੇ ਹੋ ਜਾਂ ਇਹਨਾਂ ਦੇ ਨਾਲ ਸੰਬੰਧਿਤ ਕੋਰਸ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਸਪੈਸ਼ਲ ਹੈ। ਇਸ ਵੀਡੀਓ ਦਾ ਟੌਪਿਕ ਹੈ ਇਮਿਊਨਿਟੀ, ਜਿਹਨੂੰ ਆਪਾਂ ਕਹਿੰਦੇ ਹਾਂ ਬਿਮਾਰੀਆਂ ਨਾਲ ਲੜਨ ਦੀ ਆਪਣੇ ਸਰੀਰ ਵਿੱਚ ਮੌਜੂਦ ਪ੍ਰਤੀਰੋਧਕ ਸ਼ਕਤੀ। ਠੀਕ ਹੈ, ਅਤੇ ਇਮਿਊਨਿਟੀ ਦੀਆਂ ਕਿਸਮਾਂ, ਇਹਦੇ ਬਾਰੇ ਤੁਸੀਂ ਪਿਓਰ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਸਮਝਣ ਜਾ ਰਹੇ ਹੋ। ਸੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਹੋਏ ਬਹੁਤ ਧਿਆਨ ਨਾਲ ਸੁਣਨਾ ਅਤੇ ਸਮਝਣਾ ਹੈ। ਸੋ ਨਾਲ ਹੀ ਚੈਨਲ 'ਤੇ ਸਬਸਕ੍ਰਿਪਸ਼ਨ ਦਾ ਬਟਨ ਦਬਣਾ ਬਿਲਕੁਲ ਵੀ ਨਾ ਭੁੱਲੋ, ਕਿਉਂਕਿ ਇਹ ਇੱਕਮਾਤਰ ਚੈਨਲ ਹੈ ਜੋ ਤੁਹਾਨੂੰ ਮੈਡੀਕਲ ਦਾ ਹਰ ਟੌਪਿਕ ਪੰਜਾਬੀ ਅਤੇ ਹਿੰਦੀ ਵਿੱਚ ਪੜ੍ਹਾਉਣ ਦੀ ਸਮਰੱਥਾ ਰੱਖਦਾ ਹੈ। ਸੋ ਸ਼ੁਰੂ ਕਰਦੇ ਹਾਂ ਇਮਿਊਨਿਟੀ। ਸੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਇਮਿਊਨਿਟੀ ਦੀ ਪਰਿਭਾਸ਼ਾ ਕੀ ਹੁੰਦੀ ਹੈ ਕਿ ਆਪਣੇ ਸਰੀਰ ਦੇ ਵਿੱਚ ਬਿਮਾਰੀਆਂ ਦੇ ਨਾਲ ਲੜਨ ਦੀ ਜੋ ਸ਼ਕਤੀ ਹੁੰਦੀ ਹੈ, ਪ੍ਰਤੀਰੋਧਕ ਸ਼ਕਤੀ, ਉਸ ਨੂੰ ਇਮਿਊਨਿਟੀ ਕਿਹਾ ਜਾਂਦਾ ਹੈ। ਠੀਕ ਹੈ, ਜੋ ਆਪਣੇ ਅੰਦਰ ਇਹ ਜਨਮਜਾਤ ਪ੍ਰੈਜ਼ੈਂਟ ਹੁੰਦੀ ਹੈ ਤਾਂ ਉਸ ਨੂੰ ਇਨੀਟ ਇਮਿਊਨਿਟੀ ਕਿਹਾ ਜਾਂਦਾ ਹੈ। ਜੋ ਆਪਾਂ ਜਨਮ ਤੋਂ ਬਾਅਦ ਇਮਿਊਨਿਟੀ ਪ੍ਰਾਪਤ ਕਰਦੇ ਹਾਂ ਤਾਂ ਉਸ ਨੂੰ ਐਕਵਾਇਰਡ ਇਮਿਊਨਿਟੀ ਕਿਹਾ ਜਾਂਦਾ ਹੈ। ਸੋ ਜੋ ਐਕਵਾਇਰਡ ਇਮਿਊਨਿਟੀ ਹੁੰਦੀ ਹੈ, ਇਟ ਡਿਵੈਲਪਸ ਆਫਟਰ ਦਾ ਐਂਟਰੀ ਆਫ ਐਂਟੀਜਨ in the body of individual. Immune system actively responds by producing specific antibody and lymphocytes. It is of two types. ਤਾਂ ਇਸ ਪੁਆਇੰਟ ਦਾ ਇਹ ਮਤਲਬ ਹੈ ਕਿ ਜਦੋਂ ਆਪਣੇ ਅੰਦਰ ਕੋਈ ਵੀ ਬੈਕਟੀਰੀਆ, ਵਾਇਰਸ ਜਾਂ ਕੋਈ ਵੀ ਹੋਰ ਕਿਸੇ ਤਰ੍ਹਾਂ ਦਾ ਐਂਟੀਜਨ ਆਪਣੇ ਅੰਦਰ ਜਾਂਦਾ ਹੈ ਤਾਂ ਆਪਣੀ ਬੋਡੀ ਉਸ ਨੂੰ ਐਜ਼ ਏ ਹਾਰਮਫੁਲ ਸਬਸਟੈਂਸ ਯਾਨੀ ਕਿ ਨੁਕਸਾਨਦਾਇਕ ਪਦਾਰਥ ਮੰਨਦੇ ਹੋਏ ਉਸ ਦੇ ਵਿਰੁੱਧ ਐਂਟੀਬੋਡੀਜ਼ ਪੈਦਾ ਕਰਦੀ ਹੈ। ਉਹ ਐਂਟੀਬੋਡੀਜ਼ ਹਮੇਸ਼ਾ ਲਈ ਆਪਣੇ ਬਲੱਡ ਦੇ ਵਿੱਚ ਸਰਕੂਲੇਟ ਕਰਦੀਆਂ ਰਹਿੰਦੀਆਂ ਹਨ ਅਤੇ ਭਵਿੱਖ ਦੇ ਵਿੱਚ ਯਾਦ ਰੱਖਦੀਆਂ ਹਨ ਕਿ ਜੇ ਦੁਬਾਰਾ ਤੋਂ ਉਹ ਐਂਟੀਜਨ ਆਪਣੀ ਬੋਡੀ 'ਚ ਆਵੇਗਾ ਤਾਂ ਇਹ ਐਂਟੀਬੋਡੀ ਪਹਿਲਾਂ ਤੋਂ ਹੀ ਸਰੀਰ ਵਿੱਚ ਮੌਜੂਦ ਹੋਵੇਗੀ ਅਤੇ ਉਸ ਦੇ ਨਾਲ ਫਾਈਟ ਕਰਦੇ ਹੋਏ ਆਪਾਂ ਨੂੰ ਇਨਫੈਕਸ਼ਨ ਤੋਂ ਬਚਾਵੇਗੀ। ਸੋ ਇਸ ਤਰ੍ਹਾਂ ਦੀ ਜੋ ਕੰਸੈਪਟ ਹੈ, ਇਸ ਨੂੰ ਇਮਿਊਨਿਟੀ ਕਿਹਾ ਜਾਂਦਾ ਹੈ। ਤਾਂ ਮਤਲਬ ਕੀ ਹੋਇਆ ਕਿ ਐਂਟੀਜਨ ਪਹਿਲਾਂ ਆਪਣੇ ਅੰਦਰ ਗਿਆ, ਐਕਸਪੋਜ਼ਰ ਹੋਈ ਆਪਣੀ ਬੋਡੀ, ਤਾਂ ਆਪਣੀ ਬੋਡੀ ਨੇ ਉਹਦੇ ਅਗੇਂਸਟ ਐਂਟੀਬੋਡੀ ਬਣਾਈਆਂ। ਤਾਂ ਇਸ ਤਰ੍ਹਾਂ ਦੀ ਇਮਿਊਨਿਟੀ ਨੂੰ ਐਕਵਾਇਰਡ ਇਮਿਊਨਿਟੀ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਹੁਣੇ ਸਭ ਨੂੰ ਸੁਣਿਆ ਹੈ ਕਿ ਕਰੋਨਾ ਹੋਇਆ ਸੀ, ਹੈ ਨਾ। ਤਾਂ ਕਰੋਨਾ ਦੇ ਵਿੱਚ ਕੀ ਹੋਇਆ, ਆਪਣੇ ਕਰੋਨਾ ਦੀ ਵੈਕਸੀਨੇਸ਼ਨ ਵੀ ਲੱਗੀ ਹੈ। ਤਾਂ ਜਿਹੜੀ ਕਰੋਨਾ ਦੀ ਵੈਕਸੀਨੇਸ਼ਨ ਲੱਗੀ ਹੈ, ਬੇਸਿਕਲੀ ਉਸ ਦੇ ਵਿੱਚ ਕਰੋਨਾ ਵਾਇਰਸ ਨੂੰ ਹੀ ਸਰੀਰ ਦੇ ਅੰਦਰ ਪਾਇਆ ਗਿਆ ਹੈ। ਤਾਂ ਉਹ ਵਾਇਰਸ ਬਹੁਤ ਮਾਈਨਿਊਟ ਕੁਆਂਟਿਟੀ 'ਚ ਆਪਣੇ ਅੰਦਰ ਪਾਇਆ ਜਾਂਦਾ ਹੈ ਅਤੇ ਆਪਣੀ ਬੋਡੀ ਉਸ ਦੇ ਪ੍ਰਤੀ ਐਂਟੀਬੋਡੀ ਪੈਦਾ ਕਰ ਲੈਂਦੀ ਹੈ। ਤਾਂ ਐਂਟੀਬੋਡੀ ਆਪਣੇ ਅੰਦਰ ਹੁਣ ਪੈਦਾ ਹੋ ਚੁੱਕੀਆਂ ਨੇ ਜੋ ਕਿ ਆਪਣੇ ਬਲੱਡ ਵਿੱਚ ਸਰਕੂਲੇਟ ਕਰ ਰਹੀਆਂ ਨੇ। ਸੋ ਇਹਦਾ ਮਤਲਬ ਕੀ ਹੈ ਕਿ ਆਪਾਂ ਕਰੋਨਾ ਦੇ ਅਗੇਂਸਟ ਇਮਿਊਨਿਟੀ ਪ੍ਰਾਪਤ ਕਰ ਲਈ ਹੈ। ਸੋ ਇੱਥੇ ਜੋ ਲਿੰਫੋਸਾਈਟ ਲਿਖਿਆ ਹੈ, ਲਿੰਫੋਸਾਈਟ ਆਪਣੇ ਅੰਦਰ ਦੋ ਪ੍ਰਕਾਰ ਦੇ ਹੁੰਦੇ ਹਨ, ਜਿਸ ਨੂੰ ਕਿਹਾ ਜਾਂਦਾ B ਲਿੰਫੋਸਾਈਟ ਐਂਡ T ਲਿੰਫੋਸਾਈਟ। ਜੋ B ਲਿੰਫੋਸਾਈਟ ਹੁੰਦੇ ਹਨ ਇਹ ਆਪਣੇ ਅੰਦਰ ਐਂਟੀਬੋਡੀਜ਼ ਨੂੰ ਬਣਾਉਂਦੇ ਹਨ ਅਤੇ ਜੋ T ਲਿੰਫੋਸਾਈਟ ਹੁੰਦੇ ਹਨ ਉਹ B ਲਿੰਫੋਸਾਈਟ ਦੀ ਹੈਲਪ ਕਰਦੇ ਹਨ। ਇਸ ਕਰਕੇ T ਲਿੰਫੋਸਾਈਟ ਨੂੰ ਹੈਲਪਰ T ਸੈੱਲ ਵੀ ਕਿਹਾ ਜਾਂਦਾ ਹੈ। ਜੋ ਏਡਜ਼ ਦਾ ਵਾਇਰਸ ਹੁੰਦਾ ਹੈ ਉਹ ਹੈਲਪਰ T ਸੈੱਲ ਦੇ ਉੱਪਰ ਅਟੈਕ ਕਰਦਾ ਹੈ। ਠੀਕ ਹੈ, ਇਸ ਤਰ੍ਹਾਂ ਦੇ ਕੁਐਸਚਨ ਵੀ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਹਨ। ਸੋ ਅਕਵਾਇਰਡ ਇਮਿਊਨਿਟੀ ਜੋ ਹੁੰਦੀ ਹੈ ਉਹ ਦੋ ਪ੍ਰਕਾਰ ਦੀ ਹੁੰਦੀ ਹੈ। ਨੰਬਰ 1 ਹੈ ਨੈਚੁਰਲ ਅਕਵਾਇਰਡ ਐਕਟਿਵ ਇਮਿਊਨਿਟੀ, ਜੋ ਆਪਾਂ ਕੁਦਰਤੀ ਤੌਰ 'ਤੇ ਪ੍ਰਾਪਤ ਕਰਦੇ ਹਾਂ। ਇਟ ਡਿਵੈਲਪਸ ਫਰੋਮ ਦਾ ਐਕਸਪੋਜ਼ਰ ਟੂ ਐਨ ਇਨਫੈਕਸ਼ੀਅਸ ਏਜੈਂਟ। ਸਮ ਇਨਫੈਕਸ਼ਨ ਡਿਜ਼ੀਜ਼ਸ ਮੇ ਆਲਸੋ ਬ੍ਰਿੰਗ ਨੈਚੁਰਲ ਲਾਈਫ ਲੌਂਗ ਇਮਿਊਨਿਟੀ। ਮਤਲਬ ਕੁਝ ਬਿਮਾਰੀਆਂ ਇਹੋ ਜਿਹੀਆਂ ਹੁੰਦੀਆਂ ਹਨ ਜੋ ਆਪਾਂ ਨੂੰ ਇੱਕ ਵਾਰ ਹੋਣ ਉਪਰੰਤ ਆਪਣੇ ਆਪ ਹੀ ਆਪਣੇ ਅੰਦਰ ਇਮਿਊਨਿਟੀ ਪੂਰੇ ਜੀਵਨ ਭਰ ਦੇ ਲਈ ਪੈਦਾ ਕਰ ਦਿੰਦੀਆਂ ਹਨ। ਜਿਸ ਤਰ੍ਹਾਂ ਕਿ ਸਮੌਲ ਪੌਕਸ, ਜਿਸ ਨੂੰ ਇੱਕ ਵਾਰੀ ਸਮੌਲ ਪੌਕਸ ਹੋ ਜਾਂਦਾ ਹੈ ਉਸ ਨੂੰ ਦੁਬਾਰਾ ਹੋਣ ਦੇ ਚਾਂਸਸ ਬਹੁਤ ਨੈਗਲੀਜੀਬਲ, ਬਹੁਤ ਘੱਟ ਹੁੰਦੇ ਹਨ, ਕਿਉਂਕਿ ਉਹਦੇ ਵਿੱਚ ਲਾਈਫ ਲੌਂਗ ਇਮਿਊਨਿਟੀ ਪੈਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਇੱਥੇ ਲਿਖਿਆ ਹੈ ਫॉर एग्जाम्पल सम पीपल एक्वायर लाइफ लॉन्ग इम्यूनिटी आफ्टर सिंगल एक्सपोजर फॉर्म of the subclinical disease including measles, mumps and fungal such as cryptococcus। ਮਤਲਬ ਮੀਜ਼ਲ, ਮੰਪਸ ਅਤੇ ਫੰਗਲ ਬਿਮਾਰੀ ਕ੍ਰਿਪਟੋਕੋਕਸ ਅਗਰ ਇੱਕ ਵਾਰ ਕਿਸੇ ਨੂੰ ਬਹੁਤ ਥੋੜ੍ਹੀ ਜਿਹੀ ਮਾਈਲਡ ਮਤਲਬ ਹੋ ਜਾਂਦੀ ਹੈ ਤਾਂ ਉਸ ਵਿਅਕਤੀ ਦੇ ਅੰਦਰ ਹਮੇਸ਼ਾ ਲਈ ਐਂਟੀਬੋਡੀਜ਼ ਆਪਣੇ ਆਪ ਹੀ ਬਣ ਜਾਂਦੀਆਂ ਹਨ। ਦਿਸ ਇਜ਼ ਡਿਊ ਟੂ ਦਾ ਪ੍ਰਾਇਮਰੀ ਐਂਟੀਬੋਡੀ ਰਿਸਪੌਂਸ ਇਨ ਵਿਚ ਮੈਮਰੀ ਸੈੱਲ residing in the lymphoid tissue are responsible for production of antibodies and remain active in the host body for many years। ਮਤਲਬ ਬਹੁਤ ਸਾਲਾਂ ਤੱਕ ਇਹ ਇਮਿਊਨਿਟੀ ਆਪਣੇ ਸਰੀਰ ਦੇ ਅੰਦਰ ਬਣੀ ਰਹਿੰਦੀ ਹੈ।
ਦੇ ਪ੍ਰੋਡਿਊਸ IgG। ਇੱਥੇ IG ਤੋਂ ਭਾਵ ਹੁੰਦਾ ਹੈ ਇਮਿਊਨੋਗਲੋਬੁਲਿਨ, ਇਹ ਇੱਕ ਪ੍ਰੋਟੀਨ ਦਾ ਨਾਮ ਹੈ। ਠੀਕ ਹੈ, ਕੈਪੀਟਲ G ਜੋ ਹੈ ਉਹਦੀ ਕਿਸਮ ਹੁੰਦੀ ਹੈ ਐਂਟੀਬੋਡੀ ਦੀ। ਇੱਕ ਵਿਅਕਤੀ ਦੇ ਅੰਦਰ 5 ਤਰ੍ਹਾਂ ਦੀ ਐਂਟੀਬੋਡੀਜ਼ ਹੁੰਦੀਆਂ ਨੇ, ਜਿਹਦੇ ਨਾਮ ਹੁੰਦੇ ਨੇ IgA, IgD, IgE, IgG ਤੇ IgM। ਇਹ ਹਮੇਸ਼ਾ ਧਿਆਨ ਰੱਖਣਾ ਕਿ 5 ਪ੍ਰਕਾਰ ਦੀਆਂ ਐਂਟੀਬੋਡੀਜ਼ ਮਨੁੱਖੀ ਸਰੀਰ ਦੇ ਅੰਦਰ ਪਾਈਆਂ ਜਾਂਦੀਆਂ ਨੇ। ਸੋ ਇੱਥੇ ਆਪਾਂ ਕੀ ਕਿਹਾ ਕਿ ਪ੍ਰਾਇਮਰੀ ਜਦੋਂ ਆਪਣੇ ਅੰਦਰ ਪਹਿਲੀ ਵਾਰ ਕੋਈ ਐਂਟੀਜਨ ਜਾਂਦਾ ਹੈ ਤਾਂ ਆਪਣੀ ਬੋਡੀ ਪ੍ਰਾਇਮਰੀ ਐਂਟੀਬੋਡੀ ਉਸ ਦੇ ਅਗੇਂਸਟ ਪੈਦਾ ਕਰ ਲੈਂਦੀ ਹੈ। ਜਾਂ ਲਿੰਫੋਇਡ ਜਿਹੜੇ ਟਿਸ਼ੂ ਹੁੰਦੇ ਨੇ, ਜਿਵੇਂ ਕਿ ਆਪਣਾ ਹੋ ਗਿਆ ਥਾਈਮਸ ਗਲੈਂਡ ਹੋ ਗਿਆ, ਠੀਕ ਹੈ, ਇਸੇ ਤਰ੍ਹਾਂ ਬੋਨ ਮੈਰੋ ਹੋ ਗਿਆ, ਤਾਂ ਇਹਨਾਂ ਦੇ ਵਿੱਚ ਐਂਟੀਬੋਡੀ ਜਿਹੜੀ ਹੈਗੀ ਉਹ ਸਟੋਰ ਹੋ ਜਾਂਦੀ ਹੈ। ਠੀਕ ਹੈ, ਇੱਥੇ ਲਿਖਿਆ ਸਪੈਸ਼ਲੀ ਲਿੰਫੋਇਡ ਟਿਸ਼ੂ ਆਰ ਰਿਸਪੋਂਸੀਬਲ ਫॉर ਪ੍ਰੋਡਕਸ਼ਨ ਆਫ ਐਂਟੀਬੋਡੀ। ਮਤਲਬ ਜਿਹੜਾ ਇੱਕ ਵਾਰੀ ਆਪਣਾ ਰਿਸਪੌਂਸ ਆਉਂਦਾ ਹੈ ਐਂਟੀਜਨ ਦੇ ਪ੍ਰਤੀ, ਉਹ ਲਿੰਫੋਇਡ ਟਿਸ਼ੂ ਦੇ ਵਿੱਚ ਐਜ਼ ਏ ਮੈਮਰੀ, ਐਜ਼ ਏ ਯਾਦ ਰਹਿ ਜਾਂਦਾ ਹੈ। ਅਤੇ ਇਨ ਫਿਊਚਰ ਜਦੋਂ ਆਪਣੇ ਅੰਦਰ ਵਾਪਸ ਤੋਂ ਉਹੀ ਕੋਈ ਐਂਟੀਜਨ ਬੋਡੀ ਅੰਦਰ ਆਏਗਾ ਤਾਂ ਆਪਣੀ ਬੋਡੀ ਐਕਟਿਵਲੀ ਮਤਲਬ IgG ਪੈਦਾ ਕਰਦੀ ਹੈ। IgG ਮਤਲਬ ਟਾਈਪ ਆਫ ਐਂਟੀਬੋਡੀ। ਸੋ ਇੱਥੇ ਇੱਕ ਗੱਲ ਬਹੁਤ ਧਿਆਨ ਨਾਲ ਦੁਬਾਰਾ ਸਮਝ ਲਵੋ ਕਿ ਜਦੋਂ ਪਹਿਲੀ ਵਾਰ ਐਂਟੀਜਨ ਆਪਣੇ ਅੰਦਰ ਆਇਆ, ਉਦੋਂ ਜੋ ਆਪਣੀ ਬੋਡੀ ਨੇ ਰਿਸਪੌਂਸ ਕੀਤਾ, ਪ੍ਰਤੀਕਿਰਿਆ ਕੀਤੀ, ਉਸ ਨੂੰ ਪ੍ਰਾਇਮਰੀ ਰਿਸਪੌਂਸ ਕਿਹਾ ਆਪਾਂ। ਅਤੇ ਉਹ ਰਿਸਪੌਂਸ ਹਮੇਸ਼ਾ ਸਲੋ ਹੁੰਦਾ ਹੈ ਅਤੇ ਬਹੁਤ ਕਮਜ਼ੋਰ ਰਿਸਪੌਂਸ ਹੁੰਦਾ ਹੈ। ਠੀਕ ਹੈ, ਕਿਉਂਕਿ ਉਦੋਂ ਆਪਣੀ ਬੋਡੀ ਹਜੇ ਪ੍ਰਪੇਅਰ ਕਰ ਰਹੀ ਹੁੰਦੀ ਹੈ ਐਂਟੀਬੋਡੀ। ਨੈਕਸਟ ਟਾਈਮ ਜਦੋਂ ਦੁਬਾਰਾ ਤੋਂ ਭਵਿੱਖ ਦੇ ਵਿੱਚ ਉਹੀ ਕੋਈ ਐਂਟੀਜਨ ਬੋਡੀ ਦੇ ਅੰਦਰ ਆਏਗਾ ਜਿਹਦੀ ਐਂਟੀਬੋਡੀ ਆਪਣੇ ਅੰਦਰ ਪਹਿਲਾਂ ਬਣ ਚੁੱਕੀ ਹੈ, ਤਾਂ ਉਦੋਂ ਆਪਣੀ ਬੋਡੀ ਬਹੁਤ ਤੇਜ਼ੀ ਨਾਲ ਪ੍ਰਤੀਕਿਰਿਆ ਕਰੂਗੀ ਅਤੇ ਉਸ ਨੂੰ ਕਿਹਾ ਜਾਂਦਾ ਹੈ ਸੈਕੰਡਰੀ ਰਿਸਪੌਂਸ ਔਰ ਐਮਨਿਸਟਿਕ ਰਿਸਪੌਂਸ। ਠੀਕ ਹੈ ਜੀ, ਤਾਂ ਪ੍ਰਾਇਮਰੀ ਰਿਸਪੌਂਸ ਸਲੋ ਹੁੰਦਾ ਹੈ, ਸੈਕੰਡਰੀ ਰਿਸਪੌਂਸ ਫਾਸਟ ਹੁੰਦਾ ਹੈ। ਸੋ ਹੁਣ ਆਪਾਂ ਗੱਲ ਕਰਾਂਗੇ ਆਰਟੀਫਿਸ਼ਲੀ ਅਕਵਾਇਰਡ ਐਕਟਿਵ ਇਮਿਊਨਿਟੀ। ਇਸ ਤੋਂ ਪਹਿਲਾਂ ਆਪਾਂ ਕੀਤੀ ਹੈ ਨੈਚੁਰਲ। ਠੀਕ ਹੈ, ਨੈਚੁਰਲ ਅਕਵਾਇਰ ਐਕਟਿਵ ਇਮਿਊਨਿਟੀ ਤੋਂ ਬਾਅਦ ਆਪਾਂ ਗੱਲ ਕਰਨ ਜਾ ਰਹੇ ਹਾਂ ਆਰਟੀਫਿਸ਼ੀਅਲ ਅਕਵਾਇਰਡ ਐਕਟਿਵ ਇਮਿਊਨਿਟੀ ਦੀ। ਇਟ ਇਜ਼ ਪ੍ਰੋਡਿਊਸਡ ਬਾਏ ਵੈਕਸੀਨੇਸ਼ਨ। ਠੀਕ ਹੈ ਜੀ, ਵੈਕਸੀਨੇਸ਼ਨ ਤੁਹਾਨੂੰ ਪਤਾ ਹੋਵੇਗਾ, ਆਪਾਂ ਟੀਕਾਕਰਨ ਕਰਵਾਉਂਦੇ ਹਾਂ ਛੋਟੇ ਬੱਚਿਆਂ ਦਾ। ਜਨਮ ਤੋਂ ਲੈ ਕੇ 10 ਸਾਲ ਦੀ ਉਮਰ ਤੱਕ ਲਗਭਗ ਸਾਰੇ ਜਿਹੜੇ ਵੈਕਸੀਨ ਨੇ ਬੱਚੇ ਦੇ ਲਗਾਏ ਜਾਂਦੇ ਹਨ। ਦ ਐਂਟੀਜਨਸ ਆਰ ਯੂਜ਼ਲੀ ਪ੍ਰੈਜੈਂਟ ਇਨ ਦ ਵੈਕਸੀਨ ਐਜ਼ ਇਮੂਨਾਈਜ਼ਿੰਗ ਏਜੰਟ। ਓਕੇ, ਐਂਟੀਜਨ ਜਿਹੜੇ ਹੁੰਦੇ ਨੇ ਉਹੀ ਪ੍ਰੈਜੈਂਟ ਹੁੰਦੇ ਨੇ ਵੈਕਸੀਨ ਦੇ ਵਿੱਚ, ਉਹਨੂੰ ਆਪਾਂ ਇਮੂਨਾਈਜ਼ਿੰਗ ਏਜੰਟ ਕਹਿੰਦੇ ਹਾਂ। ਮਤਲਬ ਉਹ ਆਪਣੇ ਸਰੀਰ ਦੇ ਅੰਦਰ ਪ੍ਰਤੀਰੋਧਕ ਸ਼ਕਤੀ ਪੈਦਾ ਕਰਦੇ ਨੇ। ਸੱਚ ਟਾਈਪ ਆਫ ਐਕਸਪੋਜ਼ਰ ਟੂ ਐਂਟੀਜਨ ਇਜ਼ ਆਰਟੀਫਿਸ਼ੀਅਲ। ਮਤਲਬ ਜਿਹੜਾ ਆਪਾਂ ਟੀਕੇ ਲਗਾਉਂਦੇ ਹਾਂ ਹੌਸਪੀਟਲ ਦੇ ਵਿੱਚ, ਠੀਕ ਹੈ, ਲੈ ਤਾਂ ਆਪਾਂ ਉਹ ਵੀ ਇਮਿਊਨਿਟੀ ਹੀ ਲੈ ਰਹੇ ਹਾਂ, ਬਟ ਉਹਦਾ ਤਰੀਕਾ ਆਰਟੀਫਿਸ਼ੀਅਲ ਹੈ। ਉਹ 'ਚ ਆਪਾਂ ਨੂੰ ਨੈਚੁਰਲ ਜਿਹੜੀ ਚੀਜ਼ ਦੀ ਬਿਮਾਰੀ ਹੁੰਦੀ ਹੈ, ਲਾਈਕ ਮੰਨ ਲਓ ਪੋਲੀਓ ਦਾ ਵਾਇਰਸ ਹੈ, ਤਾਂ ਉਹਨੇ ਆਪਣੇ ਅੰਦਰ ਵਾਇਰਸ ਨਹੀਂ ਗਿਆ, ਆਪਾਂ ਪੋਲੀਓ ਦਾ ਵੈਕਸੀਨ ਲਗਵਾਇਆ। ਠੀਕ ਹੈ, ਤਾਂ ਜੇ ਤਾਂ ਵਾਇਰਸ ਆਪਣੇ ਆਪ ਅੰਦਰ ਜਾਂਦਾ ਫਿਰ ਤਾਂ ਹੋ ਗਈ ਸੋ ਨੈਚੁਰਲ ਅਕਵਾਇਰਡ। ਠੀਕ ਹੈ, ਹੁਣ ਆਪਾਂ ਇੱਥੇ ਕੀ ਲਗਵਾਇਆ ਹੈਗਾ ਵੈਕਸੀਨ, ਤਾਂ ਵੈਕਸੀਨ ਲਗਵਾਇਆ ਤਾਂ ਆਪਾਂ ਨੂੰ ਕਹਾਂਗੇ ਆਰਟੀਫਿਸ਼ੀਅਲੀ ਅਕਵਾਇਰਡ ਨੈਚੁਰਲ ਇਮਿਊਨਿਟੀ। ਹੁਣ ਅਗਲੀ ਜਿਹੜੀ ਇੰਪੋਰਟੈਂਟ ਗੱਲ ਤੁਸੀਂ ਸਮਝਣੀ ਹੈ ਉਹ ਹੈ ਕਿ ਜਿਹੜਾ ਵੈਕਸੀਨ ਲਗਾਇਆ ਜਾਂਦਾ ਹੈ ਆਪਣੇ, ਉਹ ਪਿਓਰਲੀ ਲਿਵਿੰਗ ਵੀ ਹੋ ਸਕਦਾ ਹੈ। ਠੀਕ ਹੈ, ਉਹ ਐਟੀਨੂਏਟਡ ਵੀ ਹੋ ਸਕਦਾ ਹੈ ਅਤੇ ਕਿਲਡ ਵੀ ਹੋ ਸਕਦਾ ਹੈ। 4 ਤਰ੍ਹਾਂ ਦੀ ਵੈਕਸੀਨੇਸ਼ਨ ਹੁੰਦੀ ਹੈ। ਬਹੁਤ ਧਿਆਨ ਨਾਲ ਸਮਝਣਾ ਹੈ ਕਿ ਜੇ ਸਪੋਜ਼ ਆਪਾਂ ਨੇ ਕਰੋਨਾ ਦੀ ਐਗਜ਼ਾਮਪਲ ਲਈਏ, ਜੇ ਕਰੋਨਾ ਵਾਇਰਸ ਨੂੰ ਪੂਰੇ ਲਿਵਿੰਗ ਫਾਰਮ ਦੇ ਅੰਦਰ ਆਪਣੇ ਅੰਦਰ ਪਾਇਆ ਜਾਵੇ ਵੈਕਸੀਨੇਸ਼ਨ ਦੁਆਰਾ, ਤਾਂ ਉਸ ਨੂੰ ਆਪਾਂ ਕਹਾਂਗੇ ਲਾਈਵ ਵੈਕਸੀਨ। ਠੀਕ ਹੈ, ਜੇ ਕਰੋਨਾ ਵਾਇਰਸ ਨੂੰ ਮਾਰ ਕੇ ਆਪਣੇ ਅੰਦਰ ਪਾਇਆ ਜਾਵੇ ਤਾਂ ਆਪਾਂ ਉਸ ਨੂੰ ਕਹਾਂਗੇ ਕਿਲਡ ਵੈਕਸੀਨ। ਠੀਕ ਹੈ, ਜਾਂ ਉਸ ਨੂੰ ਅੱਧ ਮਰਿਆ ਕਰਕੇ ਪਾਇਆ ਜਾਵੇ, ਮਤਲਬ ਕਮਜ਼ੋਰ ਕਰਕੇ ਪਾਇਆ ਜਾਵੇ, ਨਾ ਤਾਂ ਉਹਨੂੰ ਪਿਓਰਲੀ ਉਹ ਜਿਉਂਦਿਆਂ 'ਚ ਨਾ ਮਰਿਆਂ 'ਚ, ਤਾਂ ਉਸ ਨੂੰ ਆਪਾਂ ਐਟੀਨੂਏਟਡ ਕਹਿੰਦੇ ਹਾਂ, ਮਤਲਬ ਉਸਦੀ ਪਾਵਰ ਨੂੰ ਕਮਜ਼ੋਰ ਕਰਕੇ ਪਾਇਆ ਗਿਆ। ਠੀਕ ਹੈ, ਹੁਣ ਚੌਥੀ ਟਾਈਪ ਹੁੰਦੀ ਹੈ, ਜਿਵੇਂ ਤੁਸੀਂ ਸੁਣਿਆ ਹੋਵੇਗਾ TT ਇੰਜੈਕਸ਼ਨ ਟੈਟਨਸ ਦਾ, ਹੈ ਨਾ। ਤਾਂ ਉਹਦੇ 'ਚ ਕੀ ਹੁੰਦਾ ਗਾ, ਮਤਲਬ ਟੈਟਨਸ ਦੇ ਬੈਕਟੀਰੀਆ ਨੂੰ ਆਪਣੇ ਅੰਦਰ ਨਹੀਂ ਪਾਇਆ ਜਾਂਦਾ, ਬਲਕਿ ਉਸ ਬੈਕਟੀਰੀਆ ਦੀ ਟੌਕਸਿਨ ਨੂੰ ਆਪਣੇ ਅੰਦਰ ਪਾਇਆ ਜਾਂਦਾ ਹੈ। ਠੀਕ ਹੈ, ਤਾਂ ਹੀ TT ਨੂੰ ਕਿਹਾ ਜਾਂਦਾ ਟੈਟਨਸ ਟੌਕਸੋਆਇਡ। ਮਤਲਬ ਜਿਹੜੀ ਐਕਚੁਅਲ ਚੀਜ਼ ਆ ਉਹਦੇ ਅੰਦਰ, ਜਿਹੜੀ ਪ੍ਰੋਟੀਨ ਹੈ ਜਿਹਦੇ ਕਰਕੇ ਬਿਮਾਰੀ ਹੁੰਦੀ ਹੈ, ਤਾਂ ਉਸ ਪ੍ਰੋਟੀਨ ਨੂੰ ਕੱਢ ਕੇ ਆਪਣੇ ਅੰਦਰ ਪਾਇਆ ਗਿਆ ਪਿਓਰੀਫਾਈਡ ਫਾਰਮ ਦੇ ਵਿੱਚ। ਤਾਂ ਉਸ ਤਰ੍ਹਾਂ ਦੇ ਵੈਕਸੀਨ ਨੂੰ ਆਪਾਂ ਜਿਹੜਾ ਹੈਗਾ TT ਯਾਨੀ ਕਿ ਟੈਟਨਸ ਟੌਕਸੋਆਇਡ, ਠੀਕ ਹੈ, ਦੇ ਨਾਮ 'ਤੇ ਜਾਣਦੇ ਹਾਂ। ਅਤੇ ਇਹ ਵੈਕਸੀਨ ਹੁੰਦੇ ਨੇ ਬਹੁਤ ਜ਼ਿਆਦਾ ਸੇਫ ਹੁੰਦੇ ਨੇ। ਠੀਕ ਹੈ ਜੀ, ਮਤਲਬ ਇਹਦੇ ਅਕੋਰਡਿੰਗ ਜਨਰੇਸ਼ਨਸ ਦੇ ਵਿੱਚ ਡਿਵਾਈਡ ਕੀਤਾ ਵੈਕਸੀਨੇਸ਼ਨ ਨੂੰ ਵੀ, ਫਸਟ ਜਨਰੇਸ਼ਨ ਵੈਕਸੀਨ, ਸੈਕਿੰਡ ਜਨਰੇਸ਼ਨ। ਤਾਂ ਇਸ ਤਰ੍ਹਾਂ ਜਿਹੜੀ ਜਨਰੇਸ਼ਨ ਵੱਧਦੀ ਜਾ ਰਹੀ ਹੈ ਵੈਕਸੀਨ ਦੀ, ਤਾਂ ਉਨੀ ਸੇਫਟੀ ਪ੍ਰੋਫਾਈਲ ਜਿਹੜਾ ਹੈਗਾ ਉਹ ਵੱਧਦਾ ਜਾ ਰਿਹਾ ਹੈ। ਨੈਕਸਟ ਆਉਂਦਾ ਸਮ ਵੈਕਸੀਨ ਆਰ ਯੂਜ਼ਡ ਫॉर ਟੈਂਪਰੇਰੀ ਪ੍ਰੋਟੈਕਸ਼ਨ ਬਟ ਸਮ ਵੈਕਸੀਨ ਪ੍ਰੋਵਾਈਡ ਲੌਂਗ ਲਾਸਟਿੰਗ ਇਮਿਊਨਿਟੀ ਫॉर ਸੈਵਰਲ ਈਅਰਸ। ਠੀਕ ਹੈ, ਕੁਝ ਜਿਹੜੇ ਵੈਕਸੀਨ ਨੇ ਉਹ ਥੋੜ੍ਹੇ ਸਮੇਂ ਲਈ ਆਪਾਂ ਨੂੰ ਪ੍ਰੋਟੈਕਸ਼ਨ ਦਿੰਦੇ ਨੇ, ਕੁਝ ਬਹੁਤ ਸਾਲਾਂ ਦੇ ਲਈ ਆਪਾਂ ਨੂੰ ਪ੍ਰੋਟੈਕਸ਼ਨ ਦਿੰਦੇ ਨੇ।
For example, botulism, diphtheria and tetanus treated with a serum containing respective antitoxins are BT, BT तो भाव हो गया botulism toxoid, DT हो गया diphtheria toxoid ਤੇ TT ਹੋ ਗਿਆ tetanus toxoid। ठीक है जी, ਤਾਂ ਇਹ ਕੀ ਨੇ ਸਾਰੇ ਇਹ ਵੈਕਸੀਨ ਦੀਆਂ ਕਿਸਮਾਂ ਨੇ ਜਿਹਦੇ ਵਿੱਚ ਕੱਲੀ ਪੋਇਜ਼ਨ ਨੂੰ ਕੱਢ ਕੇ ਆਪਣੇ ਅੰਦਰ ਪਾਇਆ ਜਾਂਦਾ ਹੈ, ਐਕਚੁਅਲ ਬੈਕਟੀਰੀਆ ਵਾਇਰਸ ਨੂੰ ਆਪਣੇ ਅੰਦਰ ਨਹੀਂ ਪਾਇਆ ਜਾਂਦਾ। ਸੋ ਜੋ ਇਹ ਵੈਕਸੀਨ ਨੇ BT, DT ਤੇ TT ਇਹ ਟੈਂਪਰੇਰੀ ਰਿਲੀਫ ਆਪਾਂ ਨੂੰ ਰਾਹਤ ਦਿੰਦੇ ਨੇ, ਥੋੜ੍ਹੇ ਸਮੇਂ ਦੇ ਲਈ ਪ੍ਰੋਟੈਕਸ਼ਨ ਦਿੰਦੇ ਨੇ। ਠੀਕ ਹੈ, ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪੈਸਿਵ ਇਮਿਊਨਿਟੀ ਦੀ। ਤਾਂ ਹੁਣ ਦੇਖੋ ਐਕਟਿਵ ਇਮਿਊਨਿਟੀ 'ਚ ਆਪਾਂ ਨੇ ਪੜ੍ਹਿਆ ਕਿ ਆਪਣੀ ਬੋਡੀ ਨੇ ਐਂਟੀਬੋਡੀ ਬਣਾਈਆਂ, ਠੀਕ ਹੈ, ਬਟ ਜਿਹੜੀ ਪੈਸਿਵ ਇਮਿਊਨਿਟੀ ਹੈ ਇਹਦੇ 'ਚ ਰੈਡੀਮੇਡ ਐਂਟੀਬੋਡੀ ਜੋ ਆਪਣੇ ਸਰੀਰ ਤੋਂ ਬਾਹਰ ਲੈਬੋਰੇਟਰੀ ਦੇ ਵਿੱਚ ਬਣਾਈਆਂ ਗਈਆਂ ਹੁੰਦੀਆਂ ਨੇ ਉਸ ਨੂੰ ਰੈਡੀਮੇਡ ਜਾਣੀ ਕਿ ਪਹਿਲਾਂ ਤੋਂ ਹੀ ਤਿਆਰ ਐਂਟੀਬੋਡੀ ਨੂੰ ਆਪਣੇ ਅੰਦਰ ਪਾਇਆ ਜਾਂਦਾ ਹੈ। ਓਕੇ, ਇਟ ਇਜ਼ ਆਫ ਟੂ ਟਾਈਪਸ, ਇਹਦੀ ਵੀ ਅੱਗੇ ਦੋ ਟਾਈਪ ਨੇ, ਨੈਚੁਰਲੀ ਐਕਵਾਇਰਡ ਪੈਸਿਵ ਇਮਿਊਨਿਟੀ ਤੇ ਇਹਦੇ 'ਚ ਕੀ ਹੈ ਇਟ ਇਜ਼ ਆਲਸੋ ਕਾਲਡ ਕੰਜਨਾਈਟਲ ਇਮਿਊਨਿਟੀ, ਮਤਲਬ ਇਸ ਨੂੰ ਆਪਾਂ ਬਾਏ ਬਰਥ ਕਹਿ ਸਕਦੇ ਹਾਂ। ਇਟ ਡਿਵੈਲਪ ਇਨ ਦਾ ਫੀਟਸ, ਇਹ ਬੱਚੇ ਦੇ ਅੰਦਰ ਜਿਹੜਾ ਬੱਚਾ ਯੂਟਰਸ ਜਾਣੀ ਕਿ ਬੱਚੇਦਾਨੀ ਵਿੱਚ ਪੈਦਾ ਹੋ ਰਿਹਾ ਹੁੰਦਾ ਹੈ ਉਸ ਦੇ ਅੰਦਰ ਡੂਰਿੰਗ ਪ੍ਰੈਗਨੈਂਸੀ, ਠੀਕ ਹੈ, ਪੈਦਾ ਹੁੰਦੀ ਹੈ। ਇਹਦੇ 'ਚ ਕੀ ਹੁੰਦਾ ਗਾ ਵੈਨ ਐਂਟੀਬੋਡੀ ਪਾਸ ਇਨਟੂ ਦਾ ਫੀਟਲ ਸਰਕੂਲੇਸ਼ਨ ਥਰੂ ਮਦਰਸ ਬਲੱਡ, ਤਾਂ ਮਦਰ ਦੇ ਅੰਦਰ ਪ੍ਰਪੇਅਰਡ ਐਂਟੀਬੋਡੀ ਬੱਚੇ ਦੇ ਅੰਦਰ ਪਲੈਸੈਂਟਾ ਦੇ ਥਰੂ ਮਦਰ ਦੇ ਬਲੱਡ ਦੇ ਥਰੂ ਚਲੀਆਂ ਜਾਂਦੀਆਂ ਨੇ, ਤਾਂ ਬੱਚੇ ਨੂੰ ਰੈਡੀਮੇਡ ਐਂਟੀਬੋਡੀਜ਼ ਮਿਲ ਗਈਆਂ ਕੁਦਰਤੀ ਤੌਰ 'ਤੇ ਡੂਰਿੰਗ ਪ੍ਰੈਗਨੈਂਸੀ, ਤਾਂ ਇਸ ਨੂੰ ਆਪਾਂ ਕੀ ਕਿਹਾ ਨੈਚੁਰਲੀ ਐਕਵਾਇਰਡ ਪੈਸਿਵ ਇਮਿਊਨਿਟੀ। ਸੋ ਇਹ ਐਂਟੀਬੋਡੀ ਬੱਚੇ ਦੇ ਅੰਦਰ ਅੰਬਲੀਕਲ ਕੌਰਡ ਜਾਣੀ ਕਿ ਜਿਹਨੂੰ ਪੰਜਾਬੀ 'ਚ ਆਪਾਂ ਧੁੰਨੀ ਕਹਿੰਦੇ ਹਾਂ ਉਹਦੇ ਰਾਹੀਂ ਚਲੀਆਂ ਜਾਂਦੀਆਂ ਨੇ। ਦੀਜ਼ ਐਂਟੀਬੋਡੀਜ਼ ਆਰ ਕਾਲਡ ਮੈਟਰਨਲ ਐਂਟੀਬੋਡੀ ਕਿਉਂਕਿ ਇਹ ਮਾਂ ਦੇ ਅੰਦਰ ਬਣੀਆਂ ਨੇ। ਠੀਕ ਹੈ, ਰਿਮੇਨ ਇਨ ਦਾ ਚਾਈਲਡ ਅਪ ਟੂ 3 to 6 months ਆਫਟਰ ਬਰਥ, ਮਤਲਬ ਬੱਚੇ ਜਨਮ ਤੋਂ ਬਾਅਦ ਵੀ 3 ਤੋਂ ਲੈ ਕੇ 6 ਮਹੀਨੇ ਤੱਕ ਇਹ ਐਂਟੀਬੋਡੀਜ਼ ਬੱਚੇ ਦੇ ਅੰਦਰ ਰਹਿੰਦੀਆਂ ਨੇ ਤੇ ਉਸ ਤੋਂ ਬਾਅਦ ਬੱਚੇ ਦੇ ਇਮਿਊਨ ਸਿਸਟਮ ਦੇ ਵਿੱਚੋਂ ਇਹ ਐਂਟੀਬੋਡੀਜ਼ ਅਲੋਪ ਹੋ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ ਜਾਂ ਡਿਸਅਪੀਅਰ ਹੋ ਜਾਂਦੀਆਂ ਨੇ। ਓਕੇ, ਸੋ ਨੈਕਸਟ ਆਪਣਾ ਆਉਂਦਾ ਹੈ ਮੈਟਰਨਲ ਐਂਟੀਬੋਡੀਜ਼ ਇਨ ਦਾ ਚਾਈਲਡ ਸੀਰਮ ਇਜ਼ IgG, ਤਾਂ ਜਿਹੜੀ ਬੱਚੇ ਦੇ ਵਿੱਚ ਮਾਂ ਤੋਂ ਐਂਟੀਬੋਡੀ ਆਉਂਦੀ ਹੈ ਉਸ ਦੀ ਕਿਸਮ ਹੁੰਦੀ ਹੈ IgG। ਪ੍ਰੋਵਾਈਡ ਰੈਜ਼ਿਸਟੈਂਸ ਟੂ ਸਰਟਨ ਡਿਜ਼ੀਜ਼ਸ ਸੱਚ ਐਸ ਪ੍ਰੋਟਿਊਸਸ, ਪ੍ਰੋਟਿਊਸਸ ਨੂੰ ਆਪਾਂ ਹੂਪਿੰਗ ਕਫ ਕਹਿੰਦੇ ਹਾਂ। ਠੀਕ ਹੈ, ਤਾਂ ਇਹ ਮਤਲਬ ਖਾਂਸੀ ਦੀ ਬਿਮਾਰੀ ਹੁੰਦੀ ਹੈ। ਇਸੇ ਤਰ੍ਹਾਂ ਸਟੈਫੈਲੋਕੋਕਲ ਇਨਫੈਕਸ਼ਨ, ਸਟੈਫੈਲੋਕੋਕਲ ਇੱਕ ਬੈਕਟੀਰੀਆ ਦੀ ਕਿਸਮ ਹੁੰਦੀ ਹੈ। ਅਤੇ ਵਾਇਰਲ ਰੈਸਪੀਰੇਟਰੀ ਡਿਜ਼ੀਜ਼, ਵਾਇਰਸ ਤੋਂ ਹੋਣ ਵਾਲੀਆਂ ਸਾਹ ਪ੍ਰਣਾਲੀ ਦੀਆਂ ਬਿਮਾਰੀਆਂ, ਇਹਨਾਂ ਸਾਰੀਆਂ ਦੇ ਪ੍ਰਤੀ ਮਾਂ ਤੋਂ ਮਿਲੀ ਹੋਈ ਐਂਟੀਬੋਡੀ ਬੱਚੇ ਨੂੰ ਪ੍ਰੋਟੈਕਸ਼ਨ ਦਿੰਦੀ ਹੈ। ਇਸੇ ਤਰ੍ਹਾਂ ਇੱਕ ਹੋਰ ਤਰੀਕਾ ਹੈ ਜਿਹਦੇ ਨਾਲ ਮੈਟਰਨਲ ਐਂਟੀਬੋਡੀਜ਼ ਪਾਸ ਹੁੰਦੀਆਂ ਨੇ ਬੱਚੇ ਦੇ ਅੰਦਰ, ਉਹ ਤਰੀਕਾ ਹੈ ਫਸਟ ਮਿਲਕ ਆਫ ਦਾ ਮਦਰ, ਜਿਸ ਨੂੰ ਕਿਹਾ ਜਾਂਦਾ ਕੋਲੋਸਟਰਮ। ਠੀਕ ਹੈ, ਤਾਂ ਜਦੋਂ ਮਦਰ ਆਪਣੇ ਬੱਚੇ ਨੂੰ ਮਿਲਕ ਫੀਡ ਦਿੰਦੀ ਹੈ, ਬ੍ਰੈਸਟ ਫੀਡ ਦਿੰਦੀ ਹੈ, ਤਾਂ ਫਸਟ ਮਿਲਕ ਨੂੰ ਕੋਲੋਸਟਰਮ ਕਿਹਾ ਜਾਂਦਾ ਹੈ। ਕੋਲੋਸਟਰਮ ਦੇ ਅੰਦਰ IgA ਜਿਹੜੀ ਐਂਟੀਬੋਡੀ ਦੀ ਕਿਸਮ ਹੈ ਉਹ ਭਰਪੂਰ ਮਾਤਰਾ ਦੇ ਵਿੱਚ ਹੁੰਦੀ ਹੈ। ਠੀਕ ਹੈ, ਆਲਦੋ IgG ਐਂਡ IgM ਹੈਵ ਬੀਨ ਫਾਊਂਡ ਇਨ ਦਾ ਬ੍ਰੈਸਟ ਮਿਲਕ, ਮਤਲਬ IgA ਸਭ ਤੋਂ ਅਬੰਡੈਂਟ, ਸਭ ਤੋਂ ਜ਼ਿਆਦਾ ਹੁੰਦੀ ਹੈ। ਕੁਝ ਮਾਤਰਾ ਵਿੱਚ IgG ਅਤੇ IgM ਵੀ ਬ੍ਰੈਸਟ ਮਿਲਕ ਵਿੱਚ ਹੁੰਦੀਆਂ ਹਨ। ਦੀਜ਼ ਐਂਟੀਬੋਡੀ ਰੈਜ਼ੀਡ ਇਨ ਦਾ ਰੈਸਪੀਰੇਟਰੀ ਐਂਡ ਗੈਸਟਰੋਇੰਟੇਸਟਾਈਨਲ ਟਰੈਕਟ, ਮਤਲਬ ਬੱਚੇ ਦੇ ਸਾਹ ਪ੍ਰਣਾਲੀ ਅਤੇ ਪਾਚਨ ਪ੍ਰਣਾਲੀ ਦੇ ਵਿੱਚ ਇਹ ਰਹਿੰਦੀਆਂ ਹਨ ਅਤੇ ਬੱਚੇ ਦੀ ਇਮਿਊਨਿਟੀ ਨੂੰ ਇਨਕਰੀਜ਼ ਕਰਕੇ ਬਿਮਾਰੀਆਂ ਦੇ ਪ੍ਰਤੀ ਰੈਜ਼ਿਸਟੈਂਸ ਨੂੰ ਵਧਾਉਂਦੀਆਂ ਹਨ। ਨੈਕਸਟ ਆਪਣਾ ਆਉਂਦਾ ਹੈ ਆਰਟੀਫਿਸ਼ਲੀ ਐਕਵਾਇਰਡ ਪੈਸਿਵ ਇਮਿਊਨਿਟੀ। ਇਟ ਇਜ਼ ਪ੍ਰੋਡਿਊਸਡ ਫਰੋਮ ਦਾ ਇੰਜੈਕਸ਼ਨ ਆਫ ਐਂਟੀ ਸੀਰਮ। ਇਟ ਅਰਾਈਜ਼ਸ ਫਰੋਮ ਦਾ ਇੰਟੈਂਸ਼ਨਲ ਇੰਜੈਕਸ਼ਨ ਆਫ ਐਂਟੀਬੋਡੀ ਰਿਚ ਸੀਰਮ, ਮਤਲਬ ਪਹਿਲਾਂ ਤੋਂ ਹੀ ਐਂਟੀਬੋਡੀ ਨਾਲ ਭਰਪੂਰ ਸੀਰਮ ਦਾ ਇੰਜੈਕਸ਼ਨ ਪੇਸ਼ੈਂਟ ਦੇ ਸਰਕੂਲੇਸ਼ਨ ਦੇ ਵਿੱਚ ਲਗਾਇਆ ਜਾਂਦਾ ਹੈ। ਸੀਰਮ ਤੋਂ ਭਾਵ ਕੀ ਹੁੰਦਾ ਹੈ, ਬਲੱਡ ਦੇ 3 ਕੰਪੋਨੈਂਟ ਹੁੰਦੇ ਹਨ। ਜਦੋਂ ਆਪਾਂ ਬਲੱਡ ਦੇ ਵਿੱਚੋਂ RBC ਨੂੰ ਕੱਢ ਦਿੰਦੇ ਹਾਂ ਤਾਂ ਪਿੱਛੇ ਪਲਾਜ਼ਮਾ ਬਚਦਾ ਹੈ, ਅਤੇ ਜਦੋਂ ਪਲਾਜ਼ਮਾ ਦੇ ਵਿੱਚੋਂ ਕਲੌਟਿੰਗ ਫੈਕਟਰ ਨੂੰ ਆਪਾਂ ਕੱਢ ਦਿੰਦੇ ਹਾਂ ਤਾਂ ਪਿੱਛੇ ਸੀਰਮ ਬਚਦਾ ਹੈ। ਜਦੋਂ ਬਲੱਡ ਦੇ ਸੈਂਪਲ ਨੂੰ ਸੈਂਟਰੀਫਿਊਗਲ ਮਸ਼ੀਨ ਵਿੱਚ ਘੁਮਾਇਆ ਜਾਂਦਾ ਹੈ ਤਾਂ ਸਭ ਤੋਂ ਉੱਪਰ ਸੁਪਰਨੇਟੈਂਟ ਇੱਕ ਰਿੰਗ ਟਾਈਪ ਬਣ ਜਾਂਦੀ ਹੈ ਡਾਰਕ ਬਰਾਊਨ ਕਲਰ ਦੀ, ਉਹ ਸੀਰਮ ਹੁੰਦਾ ਹੈ। ਓਕੇ, ਸੀਰਮ ਦੇ ਵਿੱਚ ਹੀ ਐਂਟੀਬੋਡੀਜ਼ ਹੁੰਦੀਆਂ ਹਨ, ਸੋ ਇਸ ਕਰਕੇ ਇਸ ਨੂੰ ਆਪਾਂ ਕਹਿੰਦੇ ਹਾਂ ਐਂਟੀਬੋਡੀ ਰਿਚ ਸੀਰਮ। ਸੋ ਇਫ ਦਾ ਸੀਰਮ ਇਜ਼ ਯੂਜ਼ ਟੂ ਪ੍ਰੋਟੈਕਟ ਅਗੇਂਸਟ ਅ ਡਿਜ਼ੀਜ਼ ਸੱਚ ਐਜ਼ ਹੈਪਾਟਾਈਟਸ, ਇਸ ਨੂੰ ਆਪਾਂ ਕਹਿੰਦੇ ਹਾਂ ਪੀਲੀਆ। ਹੈਪਾਟਾਈਟਸ A ਇੱਕ ਲੀਵਰ ਦੀ ਇਨਫਲਾਮੇਸ਼ਨ ਹੁੰਦੀ ਹੈ, ਸੋਜ ਹੁੰਦੀ ਹੈ। ਇਟ ਇਜ਼ ਕਾਲਡ ਪ੍ਰੋਫਾਈਲੈਕਟਿਕ ਸੀਰਮ। ਜੇ ਆਪਾਂ ਪਹਿਲਾਂ ਹੀ ਕਿਸੇ ਇਨਸਾਨ ਨੂੰ
ਐਂਟੀ ਸੀਰਮ ਦੇ ਦਿੰਦੇ ਹਾਂ ਹੈਪਾਟਾਈਟਿਸ ਦੀ ਬਿਮਾਰੀ ਠੀਕ ਕਰਨ ਵਾਸਤੇ, ਤਾਂ ਉਸ ਨੂੰ ਪ੍ਰੋਫਾਈਲੈਕਟਿਕ ਸੀਰਮ ਕਿਹਾ ਜਾਂਦਾ ਹੈ। ਓਕੇ, ਮਤਲਬ ਇਹਦੇ 'ਚ ਕੀ ਹੈਗਾ ਕਿ ਹਜੇ ਉਸ ਪਰਸਨ ਨੂੰ ਬਿਮਾਰੀ ਹੋਈ ਨਹੀਂ ਹੈਗੀ, ਆਪਾਂ ਉਸ ਅੰਦਰ ਹੋਣ ਤੋਂ ਰੋਕਣੀ ਹੈ, ਤਾਂ ਪਹਿਲਾਂ ਹੀ ਜਦੋਂ ਟਰੀਟਮੈਂਟ ਦਿੰਦੇ ਹਾਂ ਤਾਂ ਉਸ ਤਰ੍ਹਾਂ ਦੇ ਟਰੀਟਮੈਂਟ ਨੂੰ ਪ੍ਰੋਫਾਈਲੈਕਟਿਕ ਟਰੀਟਮੈਂਟ ਕਿਹਾ ਜਾਂਦਾ ਹੈ। ਵੈਨ ਦਾ ਸੀਰਮ ਇਜ਼ ਯੂਜ਼ਡ ਐਜ਼ ਥੈਰੇਪੀ, ਜਦੋਂ ਇਨਸਾਨ ਨੂੰ ਬਿਮਾਰੀ ਹੋ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਦਈਏ ਤਾਂ ਉਸ ਨੂੰ ਕਿਹਾ ਜਾਵੇਗਾ ਥੈਰਾਪਿਊਟਿਕ ਸੀਰਮ। ਵੈਨ ਦਾ ਸੀਰਮ ਇਜ਼ ਟੇਕਨ ਫਰੋਮ ਦਾ ਬਲੱਡ ਆਫ ਕਨਵੈਲੈਸੈਂਟ ਪੇਸ਼ੈਂਟ ਰੈਫਰ ਟੂ ਅ ਕਨਵੈਸਲੈਂਟ ਸੀਰਮ। ਸੋ ਇੱਥੇ ਕਨਵੈਸਲੈਂਟ ਤੋਂ ਭਾਵ ਹੁੰਦਾ ਹੈ ਉਹ ਪਰਸਨ ਜੋ ਕਿਸੇ ਬਿਮਾਰੀ ਤੋਂ ਰਿਕਵਰ ਹੋ ਰਿਹਾ ਹੋਵੇ, ਮਤਲਬ ਠੀਕ ਹੋ ਰਿਹਾ ਹੋਵੇ। ਇਟ ਇਜ਼ ਯੂਜ਼ਡ ਇਨ ਐਮਰਜੈਂਸੀ ਵੈਨ ਪੇਸ਼ੈਂਟ ਇਜ਼ ਨਾਟ ਆਲਰੇਡੀ ਇਮੂਨਾਈਜ਼ਡ, ਮਤਲਬ ਜਿਹੜੀ ਇਸ ਤਰ੍ਹਾਂ ਦੀ ਥੈਰੇਪੀ ਹੁੰਦੀ ਹੈ ਸੀਰਮ ਵਾਲੀ ਥੈਰੇਪੀ, ਤਾਂ ਇਸ ਨੂੰ ਉਦੋਂ ਵਰਤਿਆ ਜਾਂਦਾ ਹੈ ਜਦੋਂ ਜਿਹੜੀ ਕੰਡੀਸ਼ਨ ਹੈ ਉਹ ਐਮਰਜੈਂਸੀ ਕੰਡੀਸ਼ਨ ਹੋਵੇ ਅਤੇ ਉਸ ਪਰਸਨ ਦੇ ਪਹਿਲਾਂ ਤੋਂ ਵੈਕਸੀਨੇਸ਼ਨ ਨਾ ਹੋਈ ਹੋਵੇ। ਫੋਰ ਐਗਜ਼ਾਮਪਲ TAB ਇਜ਼ ਪੈਸਿਵ ਇਮਿਊਨਿਟੀ ਅਗੇਂਸਟ ਟਾਈਫੋਇਡ। ਟਾਈਫੋਇਡ ਦੋ ਕਿਸਮਾਂ ਹੁੰਦੀਆਂ ਨੇ, ਟਾਈਪ A ਅਤੇ ਟਾਈਪ B। ਸੋ ਟਾਈਫੋਇਡ ਜੋ ਹੈ ਉਹ ਸਾਲਮੋਨੇਲਾ ਟਾਈਫੀ ਨਾਮ ਦੇ ਬੈਕਟੀਰੀਆ ਤੋਂ ਹੁੰਦਾ ਹੈ। ਇਟ ਇਜ਼ ਯੂਜ਼ ਟੂ ਸੇਵ ਦਾ ਫੈਮਿਲੀ ਮੈਂਬਰ ਔਰ ਰਿਸਕ ਗਰੁੱਪ ਪੀਪਲ, ਜਿਨ੍ਹਾਂ ਨੂੰ ਜ਼ਿਆਦਾ ਖਤਰਾ ਹੁੰਦਾ ਹੈ ਟਾਈਫੋਇਡ ਦਾ, ਉਹਨਾਂ ਦੇ TAB ਜਿਹੜਾ ਵੈਕਸੀਨ ਹੈ ਉਹ ਲਗਾਇਆ ਜਾਂਦਾ ਹੈ, ਜਿਸ ਵਿੱਚ ਕੀ ਹੈ ਕਿ ਆਰਟੀਫਿਸ਼ੀਅਲ ਜਿਹੜਾ ਹੈਗਾ ਸੀਰਮ ਹੁੰਦਾ ਹੈ ਜੋ ਕਿ ਐਂਟੀਬੋਡੀ ਰਿਚ ਹੁੰਦਾ ਹੈ। ਤਾਂ ਇਸ ਨੂੰ ਲਗਾ ਕੇ ਆਪਾਂ ਜੋ ਪਰਸਨ ਜੋ ਸਸਪੈਕਟਡ ਹੁੰਦੇ ਕਿ ਇਹਨਾਂ ਨੂੰ ਬਿਮਾਰੀ ਹੋ ਸਕਦੀ ਟਾਈਫਾਇਡ ਦੀ, ਤਾਂ ਉਹਨਾਂ ਨੂੰ ਬਚਾਇਆ ਜਾ ਸਕਦਾ, ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾ ਸਕਦੀ ਹੈ। ਅਤੇ ਜੋ ਇਹ TAB ਵੈਕਸੀਨ ਹੈ ਇਹ ਸ਼ਾਰਟ ਪੀਰੀਅਡ ਦੇ ਲਈ ਹੀ ਇਨਫੈਕਸ਼ਨ ਤੋਂ ਕਿਸੇ ਗਰੁੱਪ ਨੂੰ ਬਚਾ ਸਕਦਾ, ਕਿਸੇ ਵਿਅਕਤੀ ਨੂੰ ਬਚਾ ਸਕਦਾ ਹੈ। ਆਰਟੀਫਿਸ਼ਲੀ ਐਕਵਾਇਰਡ ਪੈਸਿਵ ਇਮਿਊਨਿਟੀ ਪ੍ਰੋਵਾਈਡ ਸਬਸਟੈਂਸ਼ੀਅਲ ਐਂਡ ਇਮੀਡੀਏਟ ਪ੍ਰੋਟੈਕਸ਼ਨ, ਮਤਲਬ ਇਹ ਨਾਲ ਦੀ ਨਾਲ ਹੀ ਪ੍ਰੋਟੈਕਸ਼ਨ ਕਰਨੀ ਸਟਾਰਟ ਕਰ ਦਿੰਦੀ ਹੈ ਅਗੇਂਸਟ ਦਾ ਡਿਜ਼ੀਜ਼, ਬਟ ਦਿੰਦੀ ਹੈ ਇਹ ਟੈਂਪਰੇਰੀ ਟਾਈਮ ਦੇ ਲਈ। ਇਮਿਊਨਿਟੀ ਦੈਟ ਡਿਵੈਲਪ ਫਰੋਮ ਐਂਟੀਬੋਡੀ ਰਿਚ ਸੀਰਮ ਯੂਜ਼ਲੀ ਡਿਸਅਪੀਅਰ ਵਿਦਿਨ ਦਾ ਡੇਜ਼ ਔਰ ਵੀਕਸ ਔਰ ਮੰਥ, ਮਤਲਬ ਇਹ ਕੁਝ ਦਿਨਾਂ, ਕੁਝ ਹਫ਼ਤਿਆਂ ਜਾਂ ਕੁਝ ਮਹੀਨਿਆਂ ਤੱਕ ਹੀ ਸੀਮਿਤ ਹੁੰਦੀ ਹੈ। ਸੋ ਇਹ ਸੀਗਾ ਸਾਰਾ ਕੁਝ ਇਮਿਊਨਿਟੀ ਦੇ ਬਾਰੇ, ਜਿਸ 'ਚ ਮੈਂ ਤੁਹਾਨੂੰ ਅਕਵਾਇਰਡ ਐਕਟਿਵ ਅਤੇ ਅਕਵਾਇਰਡ ਪੈਸਿਵ ਦੋਨੋਂ ਤਰ੍ਹਾਂ ਦੀ ਇਮਿਊਨਿਟੀ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਿਓਰ ਮਾਤ ਭਾਸ਼ਾ ਪੰਜਾਬੀ ਦੇ ਵਿੱਚ। ਇਸ ਤਰ੍ਹਾਂ ਕਿਸੇ ਵੀ ਟੌਪਿਕ ਨੂੰ ਮੈਡੀਕਲ ਦੇ ਜਾਂ ਪੈਰਾਮੈਡੀਕਲ ਦੇ ਖੇਤਰ ਦੇ ਨਾਲ ਜੁੜੇ ਹੋਏ ਟੌਪਿਕ ਨੂੰ ਪੰਜਾਬੀ ਵਿੱਚ ਸਮਝਣ ਦੇ ਲਈ ਜਾਂ ਹਿੰਦੀ ਵਿੱਚ ਸਮਝਣ ਦੇ ਲਈ ਚੈਨਲ ਨਾਲ ਹਮੇਸ਼ਾ ਲਈ ਜੁੜ ਜਾਵੋ, ਅਤੇ ਕਿਸੇ ਵੀ ਮੈਡੀਕਲ ਪੈਰਾਮੈਡੀਕਲ ਐਗਜ਼ਾਮ ਦੇ ਵਿੱਚ ਸ਼ੋਰ ਸਫਲਤਾ ਪ੍ਰਾਪਤ ਕਰਨ ਦੇ ਲਈ ਨੋਟਸ ਪਰਚੇਜ਼ ਕਰਨ ਦੇ ਲਈ 98 763 71 788 ਸੰਪਰਕ ਕਰ ਸਕਦੇ ਹੋ। ਥੈਂਕ ਯੂ, ਥੈਂਕਸ ਫॉर ਵਾਚਿੰਗ।